31 ਅਕਤੂਬਰ 2022 ਨੂੰ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਐਲੋਨ ਮਸਕ ਜਿਹੜਾ ਕਿ ਅਮਰੀਕਾ ਦਾ, ਉਹਨੇ 44 ਬਿਲੀਅਨ ਡਾਲਰ ਦੇ ਵਿੱਚ ਟਵਿੱਟਰ ਨੂੰ ਖਰੀਦ ਲਿਆ। ਟਵਿੱਟਰ ਨੂੰ ਖਰੀਦਣ ਤੋਂ ਬਾਅਦ ਉਸਨੇ 50% ਕੰਪਨੀ ਦੇ ਵਰਕਰਾਂ ਨੂੰ ਕੰਪਨੀ ਤੋਂ ਕੱਢ ਦਿੱਤਾ, ਘਰੇ ਭੇਜ ਦਿੱਤਾ ਵੀ ਭਾਈ ਹੁਣ ਹੋਰ ਕੰਮ ਲੱਭੋ, ਘਰੋਂ ਘਰੀ ਤੁਸੀਂ ਜਾਓ। ਐਲੋਨ ਦਾ ਤਰਕ ਇਸ ਦੇ ਪਿੱਛੇ ਇਹ ਸੀ ਵੀ ਸਾਡੀ ਕੰਪਨੀ ਚੱਲ ਰਹੀ ਸੀ ਘਾਟੇ ਦੇ ਵਿੱਚ, ਸਾਡੇ ਕੋਲੇ ਹੋਰ ਕੋਈ ਚਾਰਾ ਨਹੀਂ ਸੀ, ਸਾਡੇ ਕੋਲੇ ਕੋਈ ਆਪਸ਼ਨ ਨਹੀਂ ਸੀ, ਇਸੇ ਕਰਕੇ ਸਾਨੂੰ ਆਹ ਕਦਮ ਚੁੱਕਣਾ ਪਿਆ। ਇਸੇ ਕਰਕੇ ਐਲੋਨ ਦੇ ਉੱਤੇ ਕੋਰਟ ਦੇ ਵਿੱਚ 2 ਕੇਸ ਵੀ ਚੱਲ ਰਿਹਾ ਤੇ ਭਾਰਤੀ ਮੂਲ ਦਾ ਜਿਹੜਾ ਟਵਿੱਟਰ ਦਾ CEO ਸੀ, ਜਿਸ ਦਾ ਨਾਮ ਸੀ ਪਰਾਗ ਅਗਰਵਾਲ, ਉਸ ਨੂੰ ਵੀ ਐਲੋਨ ਮਸਕ ਨੇ ਟਵਿੱਟਰ ਤੋਂ ਬਾਹਰ ਦਾ ਰਸਤਾ ਦਿਖਾ ਦਿੱਤਾ। ਇਸ ਦੇ ਪਿੱਛੇ ਕਾਰਨ ਕੀ ਸੀ, ਇਹ ਆਪਾਂ ਜਾਣਨ ਦੀ ਕੋਸ਼ਿਸ਼ ਕਰਾਂਗੇ ਤੇ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰਾਂਗੇ। ਜੇ ਤੁਸੀਂ ਚੈਨਲ ਦੇ ਉੱਤੇ ਪਹਿਲੀ ਵਾਰ ਆਏ ਹੋ ਤਾਂ ਫਿਰ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰ ਸਕਦੇ ਹੋ। ਆਉਣ ਵਾਲੇ ਦਿਨਾਂ ਵਿੱਚ ਆਪਾਂ ਤੁਹਾਡੇ ਨਾਲ ਇਦਾਂ ਹੀ ਨਵੀਆਂ ਜਾਣਕਾਰੀਆਂ ਸ਼ੇਅਰ ਕਰਦੇ ਰਹਾਂਗੇ। ਤਾਂ ਫਿਰ ਸ਼ੁਰੂ ਕਰਦੇ ਹਾਂ ਅੱਜ ਦੀ ਇਹ ਵੀਡੀਓ। 3 ਨਵੰਬਰ 2022 ਨੂੰ ਦੇਰ ਰਾਤ ਕੰਪਨੀ ਦੇ ਵਰਕਰਾਂ ਨੂੰ ਇੱਕ ਮੇਲ ਭੇਜੀ ਜਾਂਦੀ ਹੈ, ਜਿਸ ਦੇ ਵਿੱਚ ਕਿਹਾ ਜਾਂਦਾ ਵੀ ਭਾਈ ਤੁਹਾਨੂੰ ਅਗਲੇ ਦਿਨ 9 ਵਜੇ ਇੱਕ ਮੇਲ ਹੋਰ ਆਵੇਗੀ ਸਵੇਰੇ, ਜਿਸ ਵਿੱਚ ਤੁਹਾਨੂੰ ਇਹ ਪਤਾ ਲੱਗੇਗਾ ਵੀ ਤੁਸੀਂ ਕੰਪਨੀ ਦੇ ਵਿੱਚ ਕੰਮ ਕਰੋਗੇ ਜਾਂ ਫਿਰ ਨਹੀਂ। ਜੇ ਤਾਂ ਮੇਲ ਆ ਗਈ ਫਿਰ ਤਾਂ ਤੁਸੀਂ ਘਰੇ ਬਹਿ ਜਾਓ, ਕੰਮ ਤੇ ਆਉਣ ਦੀ ਤੁਹਾਨੂੰ ਕੋਈ ਜ਼ਰੂਰਤ ਨਹੀਂ, ਮਤਲਬ ਕਿ ਤੁਹਾਨੂੰ ਕੰਪਨੀ ਵਿੱਚੋਂ ਬਾਹਰ ਕੱਢ ਦਿੱਤਾ ਗਿਆ। ਜੇ ਤੁਹਾਨੂੰ ਮੇਲ ਨਹੀਂ ਆਈ ਤਾਂ ਫਿਰ ਤੁਸੀਂ ਖੁਸ਼ਕਿਸਮਤ ਹੋ, ਅਗਲੇ ਦਿਨ ਤੁਸੀਂ ਆ ਕੇ ਆਫਿਸ ਦੇ ਵਿੱਚ ਆ ਕੇ ਕੰਮ ਕਰ ਸਕਦੇ ਹੋ। ਇਹ ਉਹ ਦਿਨ ਸੀ ਜਦੋਂ ਐਲੋਨ ਮਸਕ ਟਵਿੱਟਰ ਦੇ ਉੱਤੇ ਆਪਣਾ ਅਧਿਕਾਰ ਜਮਾ ਚੁੱਕਿਆ ਸੀ। ਉਸਨੇ ਆਫੀਸ਼ੀਅਲ ਤੌਰ ਤੇ ਟਵਿੱਟਰ ਨੂੰ ਖਰੀਦ ਲਿਆ ਸੀ। ਇਸ ਤੋਂ ਬਾਅਦ ਜਦੋਂ ਕੰਪਨੀ ਦੇ ਵਰਕਰਾਂ ਨੂੰ ਉਸਨੇ ਬਾਹਰ ਕੱਢਣਾ ਸ਼ੁਰੂ ਕੀਤਾ ਤਾਂ CEO ਜਿਹੜਾ ਕਿ ਭਾਰਤੀ ਮੂਲ ਦਾ ਸੀ ਪਰਾਗ ਅਗਰਵਾਲ, ਉਸ ਨੂੰ ਬਾਹਰ ਕੱਢ ਦਿੱਤਾ। CFO ਨੈਡ ਸੈਂਗਲ, ਉਹਨੂੰ ਵੀ ਬਾਹਰ ਦਾ ਰਸਤਾ ਦਿਖਾ ਦਿੱਤਾ ਤੇ ਫਾਊਂਡਰ ਜੈਕ ਡਾਰਸੀ ਦੇ ਸਮੇਤ 50 ਵੱਡੇ ਅਧਿਕਾਰੀ ਜਿਹੜੇ ਕਿ ਟਵਿੱਟਰ ਦੇ ਵਿੱਚ ਕੰਮ ਕਰ ਰਹੇ ਸੀ, ਉਹਨਾਂ ਨੂੰ ਬਾਹਰ ਕੱਢ ਦਿੱਤਾ ਗਿਆ। ਇੱਥੋਂ ਤੱਕ ਕਿ ਐਲੋਨ ਮਸਕ ਨੇ ਬੋਰਡ ਆਫ ਡਾਇਰੈਕਟਰ ਨੂੰ ਵੀ ਭੰਗ ਕਰ ਦਿੱਤਾ ਤੇ ਹੁਣ ਟਵਿੱਟਰ ਦਾ ਪੂਰਾ ਮਾਲਕ ਜਿਹੜਾ ਕਿ ਬਣ ਚੁੱਕਿਆ ਸੀ ਐਲੋਨ ਮਸਕ। ਇਹ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਇਸ ਦੇ ਵਿੱਚ ਜੋ ਐਲੋਨ ਮਸਕ ਦੀ ਕੋਈ ਚਾਲ ਹੈ ਜਾਂ ਫਿਰ ਉਸਦੀ ਬੇਵਕੂਫੀ, ਟਵਿੱਟਰ ਚੱਲੇਗਾ ਜਾਂ ਫਿਰ ਹੋਰ ਡੁੱਬੇਗਾ, ਇਹ ਤਾਂ ਆਪਾਂ ਨੂੰ ਆਉਣ ਵਾਲਾ ਸਮਾਂ ਹੀ ਦੱਸੇਗਾ। ਕਿਉਂਕਿ ਜਿਹੜਾ ਐਲੋਨ ਮਸਕ ਆ ਉਹ ਦੁਨੀਆ ਦਾ ਸਭ ਤੋਂ ਅਮੀਰ ਵਿਅਕਤੀ ਆ, ਦਿਮਾਗ ਉਹਦੇ ਕੋਲੇ ਬਹੁਤ ਆ, ਉਹਨੇ ਸੋਚ ਸਮਝ ਕੇ ਇਹ ਫੈਸਲੇ ਲਏ ਨੇ। ਹੁਣ ਤਾਂ ਆਉਣ ਵਾਲਾ ਸਮਾਂ ਹੀ ਦੱਸ ਸਕਦਾ ਵੀ ਇਹ ਫੈਸਲੇ ਕਿੰਨੇ ਕੁ ਸਹੀ ਸਾਬਿਤ ਹੁੰਦੇ ਨੇ। ਹੁਣ ਆਪਾਂ ਤੁਹਾਨੂੰ ਇਹ ਦੱਸਦੇ ਹਾਂ ਵੀ ਐਲੋਨ ਮਸਕ ਨੇ ਇਹ ਫੈਸਲਾ ਕਿਉਂ ਲਿਆ, ਆਪਣੇ 50% ਅਧਿਕਾਰੀਆਂ ਨੂੰ ਕੰਪਨੀ ਤੋਂ ਬਾਹਰ ਕਿਉਂ ਕੱਢਿਆ। ਪਹਿਲਾ ਕਾਰਨ ਇਸ ਦਾ ਇਹ ਹੈ ਵੀ ਕੰਪਨੀ ਨੂੰ ਪੈ ਰਿਹਾ ਸੀ ਘਾਟਾ। ਮਸਕ ਦੇ ਅਨੁਸਾਰ ਕੰਪਨੀ ਹਰ ਰੋਜ਼ 4 ਮਿਲੀਅਨ ਡਾਲਰ ਗਵਾ ਰਹੀ ਸੀ ਤੇ ਹੁਣ ਤੱਕ ਸਾਲ 2022 ਦੇ ਵਿੱਚ 270 ਮਿਲੀਅਨ ਦਾ ਘਾਟਾ ਟਵਿੱਟਰ ਨੂੰ ਪੈ ਚੁੱਕਿਆ। ਤੇ ਨਾਲ ਦੀ ਨਾਲ ਜਿਹੜਾ ਇੰਗੇਜਮੈਂਟ ਲਾਸ ਸੀ ਉਹ ਵੀ ਬਹੁਤ ਜ਼ਿਆਦਾ ਹੋ ਰਿਹਾ ਸੀ ਵੀ ਕਿੰਨੇ ਲੋਕ ਐਕਟਿਵ ਰਹਿੰਦੇ ਨੇ ਟਵਿੱਟਰ ਦੇ ਉੱਤੇ ਤੇ ਕਿੰਨਾ ਟਾਈਮ ਉਹ ਟਵਿੱਟਰ ਨੂੰ ਚਲਾਉਂਦੇ ਨੇ, ਕਿਤੇ ਕਿੰਨੀ ਵਾਰ ਉਹ ਟਵਿੱਟਰ ਨੂੰ ਆ ਕੇ ਯੂਜ਼ ਕਰਦੇ ਆ। ਟੋਟਲ 100% ਦੇ ਵਿੱਚੋਂ ਕਹਿੰਦੇ ਵੀ 10% ਹੀ ਅਜਿਹੇ ਯੂਜ਼ਰ ਨੇ ਜਿਹੜੇ ਕਿ ਟਵਿੱਟਰ ਦੇ ਉੱਤੇ ਐਕਟਿਵ ਹੁੰਦੇ ਆ, ਉਹ ਵੀ ਹਫ਼ਤੇ ਦੇ ਵਿੱਚ 3-4 ਟਵੀਟ ਹੀ ਕਰਦੇ ਆ। ਤੇ ਇਹਨਾਂ 10% ਯੂਜ਼ਰ ਦੇ ਉੱਤੇ 90% ਜਿਹੜਾ ਰੈਵਨਿਊ ਆ ਉਹ ਟਵਿੱਟਰ ਦਾ ਡਿਪੈਂਡ ਕਰਦਾ। ਤੇ ਇੱਥੋਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਵੀ ਟਵਿੱਟਰ ਦੀ ਜਿਹੜੀ ਮਾਲੀ ਹਾਲਤ ਆ ਉਹ ਕਿੱਦਾਂ ਦੀ ਹੋਵੇਗੀ। ਮਸਕ ਚਾਹੁੰਦਾ ਸੀ ਵੀ ਕਿਸੇ ਨਾ ਕਿਸੇ ਤਰੀਕੇ 1.5 ਤੋਂ ਲੈ ਕੇ 3 ਮਿਲੀਅਨ ਡਾਲਰ ਹਰ ਰੋਜ਼ ਬਚਾਇਆ ਜਾਵੇ, ਉਹ ਚਾਹੇ ਜਿਵੇਂ ਮਰਜ਼ੀ ਅਪਣਾਓ, ਬਾਏ ਹੁੱਕ ਬਾਏ ਕਰੁੱਕ। ਇਹ ਮੈਥਡ ਜਿਹੜਾ ਕਿ ਐਲੋਨ ਮਸਕ ਦੇ ਵੱਲੋਂ ਅਪਣਾਇਆ ਗਿਆ ਤੇ 3700 ਵਰਕਰਾਂ ਨੂੰ ਬਾਹਰ ਕੱਢ ਦਿੱਤਾ ਗਿਆ ਤੇ ਨਾਲ ਦੀ ਨਾਲ ਜਿਹੜਾ ਇਨਫਰਾਸਟ੍ਰਕਚਰ ਬਜਟ ਸੀ ਉਸ ਦੇ ਵਿੱਚ ਵੀ 1 ਬਿਲੀਅਨ ਦਾ ਕੱਟ ਕਰ ਦਿੱਤਾ ਗਿਆ। ਇਸ ਦਾ ਦੂਸਰਾ ਵੱਡਾ ਕਾਰਨ ਇਹ ਸੀ, CNBC ਦੀ ਰਿਪੋਰਟ ਕਹਿੰਦੀ ਆ ਵੀ ਐਲੋਨ ਮਸਕ ਨੇ ਜਿਹੜੀ ਉਹਦੀ ਵੱਡੀ ਕੰਪਨੀ ਆ ਟੈਸਲਾ, ਜਿੱਥੇ ਉਹ ਇਲੈਕਟ੍ਰੀਕਲ ਕਾਰਾਂ ਬਣਾਉਂਦਾ, ਉੱਥੋਂ 50 ਤੋਂ ਜ਼ਿਆਦਾ ਭਰੋਸੇਮੰਦ ਬੰਦੇ ਜਿਹੜੇ ਉਹਦੇ ਪੂਰੇ ਵਫਾਦਾਰ ਸੀ ਉਹ ਕੱਢ ਕੇ ਆਪਣੀ ਜਿਹੜੀ ਟਵਿੱਟਰ ਦੇ ਵਿੱਚ ਫਿੱਟ ਕਰਤੇ, ਟਵਿੱਟਰ ਦੇ ਵਿੱਚ ਉਹਨਾਂ ਨੂੰ ਕੰਮ ਦਿੱਤਾ। ਹੁਣ ਜਦੋਂ 50 ਤੋਂ ਜ਼ਿਆਦਾ ਬੰਦੇ ਟਵਿੱਟਰ ਦੇ ਵਿੱਚ ਕੰਮ ਕਰਨ ਆਏ ਤਾਂ ਜਿਹੜੇ ਟਵਿੱਟਰ ਦੇ ਪੁਰਾਣੇ ਅਧਿਕਾਰੀ ਸੀ ਉਹਨਾਂ ਨੂੰ ਤਾਂ ਫਿਰ ਬਾਹਰ ਜਾਣਾ ਹੀ ਪੈਣਾ ਸੀ, ਕਿਉਂਕਿ ਟਵਿੱਟਰ ਮੁਨਾਫੇ ਵਿੱਚ ਤਾਂ ਚੱਲ ਨਹੀਂ ਰਹੀ ਕਿ ਉਹ ਪੁਰਾਣੇ ਅਧਿਕਾਰੀਆਂ ਨੂੰ ਵੀ ਨਾਲ ਦੀ ਨਾਲ ਤਨਖਾਹ ਦੇਈ ਜਾਣ ਤੇ ਜਿਹੜੇ ਨਵੇਂ ਬੰਦੇ ਆਏ ਨੇ ਉਹਨਾਂ ਨੂੰ ਵੀ ਤਨਖਾਹ ਦੇਈ ਜਾਣ। ਇਸੇ ਕਰਕੇ ਇਹ ਵੱਡਾ ਕਾਰਨ ਮੰਨਿਆ ਜਾਂਦਾ ਵੀ ਐਲੋਨ ਮਸਕ ਨੇ ਪੁਰਾਣੇ ਅਧਿਕਾਰੀਆਂ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ। ਇਸ ਦਾ ਤੀਸਰਾ ਵੱਡਾ ਕਾਰਨ ਇਹ ਮੰਨਿਆ ਜਾਂਦਾ ਵੀ ਉਹਨਾਂ ਵਿੱਚ ਵਿਸ਼ਵਾਸ ਦੀ ਕਾਫੀ ਜ਼ਿਆਦਾ ਕਮੀ ਸੀ, ਕਿਉਂਕਿ ਜਿਹੜੇ ਕੰਪਨੀ ਦੇ ਵੱਡੇ ਅਧਿਕਾਰੀ ਹੁੰਦੇ ਨੇ, ਟੌਪ ਐਗਜ਼ੀਕਿਊਟਿਵ ਹੁੰਦੇ ਨੇ, ਉਹ ਕੰਪਨੀ ਦਾ ਸਤੰਭ ਹੁੰਦੇ ਨੇ, ਉਹਨਾਂ ਸਿਰ ਉੱਤੇ ਕੰਪਨੀ ਚੱਲ ਰਹੀ ਹੁੰਦੀ ਆ। ਪਰ ਐਲੋਨ ਮਸਕ ਨੂੰ ਉਹਨਾਂ ਪੁਰਾਣੇ ਅਧਿਕਾਰੀਆਂ ਉੱਤੇ ਵਿਸ਼ਵਾਸ ਹੀ ਨਹੀਂ ਸੀ ਤੇ ਨਾ ਹੀ ਜਿਹੜੇ ਪੁਰਾਣੇ ਅਧਿਕਾਰੀ ਸੀ ਉਹਨਾਂ ਨੂੰ ਐਲੋਨ ਮਸਕ ਦੇ ਉੱਤੇ ਵਿਸ਼ਵਾਸ ਸੀ। ਤਾਂ ਫਿਰ ਉਹ ਕੰਪਨੀ ਜਿਹੜੀ ਪਹਿਲਾਂ ਹੀ ਘਾਟੇ ਵਿੱਚ ਚੱਲ ਰਹੀ ਆ, ਫਿਰ ਬਿਨਾਂ ਵਿਸ਼ਵਾਸ ਤੋਂ ਕਿੱਦਾਂ ਅੱਗੇ ਵੱਧ ਸਕਦੀ ਸੀ। ਇਸੇ ਕਰਕੇ ਐਲੋਨ ਮਸਕ ਨੇ ਆਪਣੇ ਜਿਹੜੇ ਭਰੋਸੇਮੰਦ ਬੰਦੇ ਸੀ, ਵਫਾਦਾਰ ਬੰਦੇ ਸੀ, ਟੈਸਲਾ ਤੋਂ ਲਿਆ ਕੇ ਟਵਿੱਟਰ ਵਿੱਚ ਲਿਆਂਦੇ ਤੇ ਟਵਿੱਟਰ ਦੇ ਉਹ ਬੰਦੇ ਜਿਨ੍ਹਾਂ ਉੱਤੇ ਐਲੋਨ ਮਸਕ ਨੂੰ ਭਰੋਸਾ ਨਹੀਂ ਸੀ ਉਹਨਾਂ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ ਤੇ ਕੰਪਨੀ ਤੋਂ ਬਾਹਰ ਕੱਢ ਦਿੱਤਾ। ਇਸ ਦਾ ਚੌਥਾ ਵੱਡਾ ਕਾਰਨ ਮੰਨਿਆ ਜਾਂਦਾ ਪ੍ਰੈਸ਼ਰ ਨੂੰ। ਮਸਕ ਦੇ ਅਨੁਸਾਰ ਕੰਪਨੀ ਨੂੰ ਜਿਹੜਾ ਵੱਡਾ ਲਾਸ ਹੋ ਰਿਹਾ, ਭਾਰੀ ਨੁਕਸਾਨ ਹੋ ਰਿਹਾ, ਉਸ ਦੇ ਪਿੱਛੇ ਸਿਵਲ ਰਾਈਟ ਜਿਹੜੇ ਐਕਟਿਵਿਸਟ ਹੁੰਦੇ ਆ ਉਹਨਾਂ ਦਾ ਹੱਥ ਹੈ। ਕਿਉਂਕਿ ਟਵਿੱਟਰ ਦੇ ਉੱਤੇ ਕੋਈ ਵੀ ਬੰਦਾ ਟਵੀਟ ਕਰਦਾ ਤੇ ਉਹਨਾਂ ਵਿੱਚੋਂ ਕੁਝ ਟਵੀਟ ਭੜਕਾਊ ਹੁੰਦੇ ਨੇ, ਸਮਾਜ ਨੂੰ ਕਿਸੇ ਵੀ ਤਰੀਕੇ ਦੇ ਵਿੱਚ ਠੇਸ ਪਹੁੰਚਾਉਂਦੇ ਨੇ, ਤਾਂ ਫਿਰ ਜਿਹੜੇ ਸਿਵਲ ਰਾਈਟ ਐਕਟਿਵਿਸਟ ਹੁੰਦੇ ਨੇ ਉਹ ਇਸ ਚੀਜ਼ ਦੀ
ਟਵਿੱਟਰ ਨੂੰ ਸ਼ਿਕਾਇਤ ਕਰਦੇ ਆ ਵੀ ਭਾਈ ਆਹ ਟਵੀਟ ਨੂੰ ਤੁਸੀਂ ਇਸ ਬੰਦੇ ਨੂੰ ਟਵਿੱਟਰ ਤੋਂ ਹਟਾਓ। ਜਿਵੇਂ ਕਿ ਡੋਨਾਲਡ ਟਰੰਪ ਜਿਹੜਾ ਕਿ ਅਮਰੀਕਾ ਦਾ ਪੂਰਵ ਰਾਸ਼ਟਰਪਤੀ ਸੀ, ਉਸ ਦਾ ਅਕਾਊਂਟ ਵੀ ਟਵਿੱਟਰ ਉੱਤੇ ਬੈਨ ਕੀਤਾ ਹੋਇਆ। ਇਸੇ ਤਰੀਕੇ ਨਾਲ ਫਿਰ ਜਿਹੜੇ ਸਿਵਲ ਰਾਈਟ ਐਕਟੀਵਿਸਟ ਹੁੰਦੇ ਨੇ ਉਹ ਟਵਿੱਟਰ ਦੇ ਕੋਲ ਇਸ ਚੀਜ਼ ਦੀ ਸ਼ਿਕਾਇਤ ਕਰਦੇ ਨੇ। ਪਰ ਮਸਕ ਇਸ ਚੀਜ਼ ਦੇ ਵਿਰੋਧ ਵਿੱਚ ਸੀ। ਉਹ ਕਹਿੰਦਾ ਸੀ ਵੀ ਉਹ ਟਵਿੱਟਰ ਨੂੰ ਇੱਕ ਫ੍ਰੀ ਪਲੇਟਫਾਰਮ ਬਣਾਉਣਾ ਚਾਹੁੰਦਾ ਵੀ ਜਿੱਥੇ ਕੋਈ ਵੀ ਵਿਅਕਤੀ ਕਿਸੇ ਵੀ ਤਰੀਕੇ ਦਾ ਵਿਚਾਰ ਰੱਖ ਸਕਦਾ। ਇਸੇ ਕਰਕੇ ਜਦੋਂ ਐਲੋਨ ਮਸਕ ਨੇ ਟਵਿੱਟਰ ਖਰੀਦਿਆ ਤਾਂ ਸਿਵਲ ਰਾਈਟ ਐਕਟੀਵਿਸਟ ਦੀਆਂ ਜਿਹੜੀਆਂ ਦਲੀਲਾਂ ਹੁੰਦੀਆਂ ਸੀ, ਉਹਨਾਂ ਦੀਆਂ ਸ਼ਿਕਾਇਤਾਂ ਹੁੰਦੀਆਂ ਸੀ, ਉਹਨਾਂ ਨੂੰ ਟਵਿੱਟਰ ਨੇ ਨਜ਼ਰਅੰਦਾਜ਼ ਕਰਨਾ ਸ਼ੁਰੂ ਕਰ ਦਿੱਤਾ। ਇਸ ਤੋਂ ਬਾਅਦ ਜਿਹੜੇ ਸਿਵਲ ਰਾਈਟ ਐਕਟੀਵਿਸਟ ਸੀ ਉਹ ਕਾਫੀ ਤਾਂ ਗੁੱਸੇ ਵਿੱਚ ਆ ਗਏ ਤਾਂ ਉਹਨਾਂ ਨੇ ਗਲੋਬਲੀ ਜਿਹੜੇ ਵੱਡੇ ਵੱਡੇ ਐਡਵਰਟਾਈਜ਼ਰ ਸੀ ਜਿਹੜੇ ਕਿ ਆਪਣੇ ਟਵਿੱਟਰ ਦੇ ਉੱਤੇ ਐਡਾਂ ਚਲਾਉਂਦੇ ਸੀ, ਉਹਨਾਂ ਤੱਕ ਅਪਰੋਚ ਕੀਤੀ। ਉਹਨਾਂ ਨੂੰ ਕਿਹਾ ਵੀ ਤੁਸੀਂ ਜਿਹੜੇ ਕਿ ਐਡਾਂ ਬੰਦ ਕਰੋ ਟਵਿੱਟਰ ਦੇ ਉੱਤੇ। ਇਸ ਚੀਜ਼ ਦਾ ਵੱਡਾ ਨੁਕਸਾਨ ਟਵਿੱਟਰ ਨੂੰ ਝੱਲਣਾ ਪਿਆ। ਇਸੇ ਕਰਕੇ ਐਲੋਨ ਮਸਕ ਕਹਿੰਦਾ ਵੀ ਸਾਨੂੰ ਇਹ ਵੱਡੇ ਫੈਸਲੇ, ਕੰਪਨੀ ਦੇ ਸਟਾਫ ਨੂੰ ਘੱਟ ਕਰਨ ਦੇ ਫੈਸਲੇ ਚੁੱਕਣੇ ਪਏ, ਲੈਣੇ ਪਏ। ਇਹ ਸਾਰਾ ਕੁਝ ਕਰਦੇ ਕਰਦੇ ਐਲੋਨ ਮਸਕ ਨੇ ਇੱਕ ਵੱਡੀ ਗਲਤੀ ਕਰਤੀ। ਅਮਰੀਕਾ ਦੇ ਵਿੱਚ ਇੱਕ ਕਾਨੂੰਨ ਆ ਜਿਸ ਦਾ ਨਾਮ ਆ ਬਾਰਨ ਐਕਟ, ਜਿਸ ਦੇ ਤਹਿਤ ਜੇ ਤੁਸੀਂ ਕਿਸ ਕੰਪਨੀ ਦੇ ਕਿਸੇ ਵੀ ਮੈਂਬਰ ਨੂੰ, ਕਿਸੇ ਵੀ ਵਰਕਰ ਨੂੰ ਕੰਪਨੀ ਤੋਂ ਕੱਢਣਾ ਚਾਹੁੰਦੇ ਹੋ ਤਾਂ ਲਗਭਗ 60 ਦਿਨ ਪਹਿਲਾਂ ਤੁਹਾਨੂੰ ਉਸ ਵਰਕਰ ਨੂੰ ਸੂਚਨਾ ਦੇਣੀ ਪਵੇਗੀ ਵੀ ਤੁਸੀਂ ਇਸ ਦਿਨ ਤੋਂ, ਇਸ ਤਰੀਕ ਤੋਂ ਕੰਪਨੀ ਦੇ ਮੈਂਬਰ ਨਹੀਂ ਰਹੋਗੇ, ਤੁਹਾਨੂੰ ਕੰਪਨੀ ਦੇ ਵਿੱਚੋਂ ਬਾਹਰ ਕੱਢ ਦਿੱਤਾ ਜਾਵੇਗਾ। ਪਰ ਐਲੋਨ ਮਸਕ ਨੇ ਤਾਂ ਰਾਤੋਂ ਰਾਤ ਫੈਸਲਾ ਲੈ ਲਿਆ ਸੀ ਕੰਪਨੀ ਦੇ ਮੈਂਬਰਾਂ ਨੂੰ ਘਟਾਉਣ ਦਾ। ਉਹਨਾਂ ਨੂੰ ਅਗਲੇ ਦਿਨ ਕਹਿਤਾ ਵੀ ਤੁਹਾਨੂੰ ਭਾਈ 9 ਵਜੇ ਸਵੇਰੇ ਮੇਲ ਆਉਣੀ ਹੈ ਜਿਸ ਵਿੱਚ ਤੁਹਾਨੂੰ ਪਤਾ ਲੱਗਣਾ ਵੀ ਤੁਸੀਂ ਕੰਪਨੀ ਦੇ ਮੈਂਬਰ ਹੈਗੇ ਹੋ ਜਾਂ ਫਿਰ ਨਹੀਂ। ਇਸੇ ਕਰਕੇ ਐਲੋਨ ਮਸਕ ਦੇ ਉੱਤੇ ਕੋਰਟ ਕੇਸ ਵੀ ਚੱਲ ਰਿਹਾ ਇਸ ਮਾਮਲੇ ਦੇ ਕਰਕੇ। ਜਿਵੇਂ ਕਿ ਹਰ ਇੱਕ ਐਕਸ਼ਨ ਦਾ ਇੱਕ ਰਿਐਕਸ਼ਨ ਹੁੰਦਾ। ਇਸ ਤੋਂ ਬਾਅਦ ਵੱਡੇ ਵੱਡੇ ਜਿਹੜੇ ਐਡਵਰਟਾਈਜ਼ਰ ਸੀ ਜਿਹੜੇ ਕਿ ਟਵਿੱਟਰ ਦੇ ਉੱਤੇ ਐਡਾਂ ਚਲਾਉਂਦੇ ਸੀ, ਉਹਨਾਂ ਨੇ ਆਪਣੀਆਂ ਐਡਾਂ ਟਵਿੱਟਰ ਦੇ ਉੱਤੇ ਚਲਾਉਣੀਆਂ ਬੰਦ ਕਰ ਦਿੱਤੀਆਂ, ਜਿਸ ਚੀਜ਼ ਦਾ ਨੁਕਸਾਨ ਟਵਿੱਟਰ ਹਜੇ ਵੀ ਕਾਫੀ ਦਾ ਰੂਪ ਵਿੱਚ ਚੱਲ ਰਿਹਾ। ਹੁਣ ਤੁਹਾਡੇ ਮਨ ਦੇ ਵਿੱਚ ਇਹ ਸਵਾਲ ਉੱਠਦਾ ਹੋਵੇਗਾ ਵੀ ਦੁਨੀਆ ਦਾ ਸਭ ਤੋਂ ਅਮੀਰ ਵਿਅਕਤੀ ਜਿਸ ਦੇ ਕੋਲ ਇੰਨਾ ਤੇਜ਼ ਦਿਮਾਗ ਆ, ਜੇ ਟਵਿੱਟਰ ਕੰਪਨੀ ਇੰਨੇ ਘਾਟੇ ਵਿੱਚ ਚੱਲ ਰਹੀ ਆ, ਫਿਰ ਆਖਿਰ ਉਸਨੇ ਟਵਿੱਟਰ ਨੂੰ ਖਰੀਦਿਆ ਕਿਉਂ? ਇਸ ਦਾ ਕਾਰਨ ਆਪਾਂ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰਦੇ ਹਾਂ। ਅਪ੍ਰੈਲ ਦੇ ਵਿੱਚ ਐਲੋਨ ਮਸਕ ਟਵਿੱਟਰ ਵਾਲਿਆਂ ਨੂੰ ਕਹਿੰਦਾ ਵੀ ਉਹਨਾਂ ਨੂੰ ਪੇਸ਼ਕਸ਼ ਕਰਦਾ ਵੀ ਮੈਂ ਟਵਿੱਟਰ ਨੂੰ ਖਰੀਦਣਾ ਚਾਹੁੰਦਾ, ਪਰ ਅਗਲੇ ਮਹੀਨੇ ਉਹ ਬਦਲ ਜਾਂਦਾ। ਉਸ ਤੋਂ ਬਾਅਦ 4 ਮਹੀਨੇ ਬਾਅਦ ਉਹ ਫਿਰ ਟਵਿੱਟਰ ਨੂੰ ਖਰੀਦ ਲੈਂਦਾ, ਜਿਹੜੀ ਕਿ ਅਕਤੂਬਰ ਵਿੱਚ ਡੀਲ ਹੋਈ ਆ। ਜਦੋਂ ਉਹ ਟਵਿੱਟਰ ਨੂੰ ਖਰੀਦਣ ਤੋਂ ਇਨਕਾਰ ਕਰਦਾ ਤਾਂ ਉਹ ਟਵਿੱਟਰ ਦੇ ਵਿੱਚ ਗਲਤੀਆਂ ਕੱਢਣ ਲੱਗ ਜਾਂਦਾ ਵੀ ਜਿਹੜੇ ਟਵਿੱਟਰ ਦੇ 100% ਅਕਾਊਂਟਾਂ ਦੇ ਵਿੱਚੋਂ 20% ਅਕਾਊਂਟ ਤਾਂ ਨਕਲੀ ਨੇ, ਫਰਜ਼ੀ ਨੇ, ਬੋਟ ਨੇ, ਜਿਨ੍ਹਾਂ ਨੂੰ ਆਪਾਂ ਬੋਟ ਕਹਿੰਦੇ ਆ, ਮਤਲਬ ਕਿ ਜਿਹੜੇ ਕਿ ਕੰਪਿਊਟਰ ਦੇ ਨਾਲ ਚਲਾਏ ਜਾ ਰਹੇ ਆ। ਉਹ ਟਵੀਟ ਕਰਨ ਲੱਗ ਗਿਆ ਵੀ ਇਸਦਾ ਤੁਸੀਂ ਜਾਂਚ ਕਰਵਾਓ ਵੀ ਇਹ ਤੁਸੀਂ ਗਲਤ ਕਰ ਰਹੇ ਹੋ, ਮੈਂ ਤਾਂ ਤੁਹਾਨੂੰ ਅਸਲੀ ਅਕਾਊਂਟਾਂ ਦੇ ਪੈਸੇ ਆਫਰ ਕੀਤੇ ਸੀ। ਤਾਂ ਜਿਹੜਾ ਪਰਾਗ ਅਗਰਵਾਲ ਸੀ, ਜਿਹੜਾ ਟਵਿੱਟਰ ਦਾ CEO ਸੀ, ਉਹ ਕਹਿੰਦਾ ਵੀ ਅਸੀਂ ਇੱਦਾਂ ਨਹੀਂ ਕਰ ਸਕਦੇ, ਜੇ ਅਸੀਂ ਇੱਦਾਂ ਕਰਾਂਗੇ ਤਾਂ ਫਿਰ ਯੂਜ਼ਰ ਦੀ ਪ੍ਰਾਈਵੇਸੀ ਦੇ ਨਾਲ ਸਰੇਆਮ ਖਿਲਵਾੜ ਹੋਊਗਾ। ਉਸ ਤੋਂ ਬਾਅਦ ਮਤਲਬ ਕਿ ਕਿਸੇ ਵੀ ਤਰੀਕੇ ਦੇ ਨਾਲ ਜਾਂਚ ਕੀਤੀ ਜਾਂਦੀ ਹੈ ਤਾਂ 5% ਅਕਾਊਂਟ ਹੀ ਨਕਲੀ ਨਿਕਲਦੇ ਆ। ਉਸ ਤੋਂ ਬਾਅਦ ਜਦੋਂ ਇਹ ਸਭ ਕੁਝ ਹੋ ਰਿਹਾ ਹੁੰਦਾ ਤਾਂ ਇਹ ਟਵਿੱਟਰ ਨੂੰ ਕਾਫੀ ਦਾ ਨੁਕਸਾਨ ਹੋ ਰਿਹਾ ਸੀ, ਕਿਉਂਕਿ ਐਲੋਨ ਮਸਕ ਇੱਕ ਐਡੀ ਸ਼ਖਸੀਅਤ ਆ, ਜਦੋਂ ਉਹ ਕੋਈ ਟਵੀਟ ਕਰਦਾ ਤਾਂ ਸ਼ੇਅਰਾਂ ਦੇ ਪ੍ਰਾਈਸ ਕਦੇ ਵੱਧ ਜਾਂਦੇ ਨੇ। ਮਤਲਬ ਕਿ ਜਿੱਦਾਂ ਉਹ ਚਾਹੁੰਦਾ ਉਹ ਇੱਕ ਟਵੀਟ ਦੇ ਸਿਰ ਤੇ ਸ਼ੇਅਰ ਨੂੰ ਉਠਾ ਵੀ ਸਕਦਾ ਤੇ ਗਿਰਾ ਵੀ ਸਕਦਾ। ਜਦੋਂ ਟਵਿੱਟਰ ਦੇ ਖਿਲਾਫ ਉਹ ਅਜਿਹੇ ਬਿਆਨਬਾਜ਼ੀ ਕਰ ਰਿਹਾ ਸੀ ਟਵਿੱਟਰ ਦੇ ਉੱਤੇ ਹੀ ਤੇ ਹੋਰ ਪਲੇਟਫਾਰਮ ਤੋਂ, ਤਾਂ ਟਵਿੱਟਰ ਦੇ ਸ਼ੇਅਰਾਂ ਨੂੰ ਕਾਫੀ ਦਾ ਨੁਕਸਾਨ ਹੋਇਆ। ਟਵਿੱਟਰ ਦੇ ਸ਼ੇਅਰ ਡਿੱਗ ਗਏ ਤਾਂ ਇਨਵੈਸਟਰਾਂ ਨੂੰ ਕਾਫੀ ਦਾ ਵੱਡਾ ਨੁਕਸਾਨ ਹੋਇਆ। ਤਾਂ ਇਨਵੈਸਟਰਾਂ ਨੇ ਕੋਰਟ ਦੇ ਵਿੱਚ ਕੇਸ ਕਰਤਾ ਐਲੋਨ ਮਸਕ ਦੇ ਵਿਰੁੱਧ ਵੀ ਇਹ ਜਾਣਬੁੱਝ ਕੇ ਟਵਿੱਟਰ ਦੇ ਸ਼ੇਅਰਾਂ ਨੂੰ ਨੁਕਸਾਨ ਪਹੁੰਚਾ ਰਿਹਾ। ਉਸ ਤੋਂ ਬਾਅਦ ਐਲੋਨ ਮਸਕ ਦੇ ਉੱਤੇ ਕੇਸ ਕਰ ਦਿੱਤਾ ਜਾਂਦਾ। ਕੇਸ ਦੇ ਵਿੱਚ ਇਹ ਪਤਾ ਚੱਲਦਾ ਐਲੋਨ ਮਸਕ ਦੀ ਓਰੈਕਲ ਕੰਪਨੀ ਦੇ ਮਾਲਕ ਲੈਰੀ ਐਲੀਸਨ ਦੇ ਨਾਲ ਗੱਲਬਾਤ ਹੋਈ ਸੀ, ਚੈਟ ਹੋਈ ਸੀ, ਪਰ ਜਿਹੜੀ ਉਹ ਚੈਟ ਸੀ ਹੁਣ ਮਿਸਿੰਗ ਸੀ। ਉਹ ਚੈਟ ਉਹੀ ਸੇਮ ਦਿਨ ਦੀ ਸੀ ਜਿਸ ਦਿਨ ਐਲੋਨ ਮਸਕ ਨੇ ਟਵਿੱਟਰ ਦੀ ਇਸ ਡੀਲ ਨੂੰ ਹੋਲਡ ਦੇ ਉੱਤੇ ਰੱਖਿਆ ਸੀ ਤੇ ਐਲੀਸਨ ਕੰਪਨੀ ਦਾ, ਟਵਿੱਟਰ ਕੰਪਨੀ ਦਾ ਕੋ ਇਨਵੈਸਟਰ ਬਣਨ ਜਾ ਰਿਹਾ ਸੀ। ਉਸ ਤੋਂ ਬਾਅਦ ਕੋਰਟ ਇਹ ਮੰਨਦਾ ਵੀ ਐਲੋਨ ਮਸਕ ਜਿਹੜੀ ਜ਼ਰੂਰੀ ਜਾਣਕਾਰੀ ਆ ਉਹ ਲੁਕਾ ਰਿਹਾ। ਇਸ ਕਰਕੇ ਕੋਰਟ ਐਲੋਨ ਮਸਕ ਨੂੰ ਆਰਡਰ ਦਿੰਦਾ ਵੀ ਜਾਂ ਤਾਂ ਤੂੰ ਓਰੀਜਨਲ ਡੀਲ ਮੰਨ ਲਾ, ਜੇ ਨਹੀਂ ਮੰਨਦਾ ਫਿਰ ਅਗਲੀ ਸੁਣਵਾਈ ਦੇ ਵਿੱਚ ਤੁਹਾਨੂੰ ਜਿਹੜੀ ਡੀਲ ਆ ਉਹ ਧੱਕੇ ਦੇ ਨਾਲ ਮਨਵਾਈ ਜਾਵੇਗੀ ਤੇ ਉਸ ਵਿੱਚ ਟਵਿੱਟਰ ਖੁਦ ਤੈਅ ਕਰੇਗਾ ਵੀ ਉਹਨਾਂ ਨੇ ਤੁਹਾਨੂੰ ਜਿਹੜਾ ਕਿ ਟਵਿੱਟਰ ਆ ਉਹ ਕਿੰਨੇ ਰੁਪਏ ਵਿੱਚ ਦੇਣਾ। ਇਸ ਤੋਂ ਬਾਅਦ ਨਾ ਚਾਹੁੰਦੇ ਹੋਏ ਵੀ ਐਲੋਨ ਮਸਕ ਨੂੰ ਟਵਿੱਟਰ ਖਰੀਦਣਾ ਪੈਂਦਾ। ਹੁਣ ਜਦੋਂ ਐਲੋਨ ਮਸਕ ਨੇ ਟਵਿੱਟਰ ਨੂੰ ਖਰੀਦ ਲਿਆ, ਰਿਪੋਰਟਾਂ ਦੀ ਮੰਨੀਏ ਤਾਂ ਇੱਕ ਵਾਰ ਵੀ ਉਸਨੇ ਆਪਣੇ ਅਧਿਕਾਰੀਆਂ ਦੇ ਨਾਲ ਆਮੋ ਸਾਹਮਣੇ ਬਹਿ ਕੇ ਗੱਲਬਾਤ ਨਹੀਂ ਕੀਤੀ ਤੇ ਨਾਲ ਦੀ ਨਾਲ ਉਹਨੇ ਆਪਣੇ ਅਧਿਕਾਰੀਆਂ ਉੱਤੇ ਵਰਕਲੋਡ ਕਾਫੀ ਜ਼ਿਆਦਾ ਵਧਾ ਦਿੱਤਾ। ਜਿਵੇਂ ਕਿ ਹੁਣ ਸਬਸਕ੍ਰਿਪਸ਼ਨ ਪਲਾਨ ਦੀ ਗੱਲ ਕੀਤੀ ਜਾ ਰਹੀ ਆ, ਜਿਸ ਵਿੱਚ ਜੇ ਤੁਸੀਂ ਬਲੂ ਟਿਕ ਆਪਣਾ ਰੱਖਣਾ ਚਾਹੁੰਦੇ ਹੋ ਤਾਂ ਤੁਹਾਨੂੰ ਉਸ ਦੇ ਲਈ ਪੈਸੇ ਦੇਣੇ ਪੈਣਗੇ। ਇਸ ਦੇ ਲਈ ਉਸਨੇ ਆਪਣੇ ਕੰਪਨੀ ਦੇ ਅਧਿਕਾਰੀਆਂ ਨੂੰ ਇਹ ਹੁਕਮ ਦਿੱਤੇ ਆ ਵੀ 7 ਦਿਨਾਂ ਦੇ ਵਿੱਚ ਇਸ ਦਾ ਜਿਹੜਾ ਡਿਜ਼ਾਈਨ ਆ ਉਹ ਤਿਆਰ ਕਰੋ ਤੇ ਇਸ ਤੋਂ ਬਾਅਦ ਇਹ ਆਰਡਰ ਵੀ ਦੇ ਦਿੱਤੇ ਗਏ ਆ ਵੀ 7 ਦਿਨਾਂ ਦੇ ਲਈ ਤੁਹਾਨੂੰ ਕੰਪਨੀ ਦੇ ਮੈਂਬਰਾਂ ਨੂੰ 7 ਦਿਨ 12 ਘੰਟੇ ਕੰਮ ਕਰਨਾ ਪਵੇਗਾ। ਇਹ ਤਾਂ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ ਵੀ ਜਿਹੜਾ ਟਵਿੱਟਰ ਕੰਪਨੀ ਆ ਉਹ ਘਾਟੇ ਵਿੱਚ ਜਾਵੇਗੀ ਜਾਂ ਫਿਰ ਮੁਨਾਫੇ ਵਿੱਚ। ਤੇ ਹੋਰ ਨਵੀਆਂ ਜਾਣਕਾਰੀਆਂ ਜਾਣਨ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ। ਵੀਡੀਓ ਨੂੰ ਕਰ ਦਿਓ ਲਾਈਕ। ਧੰਨਵਾਦ ਜੀ ਸਾਰਿਆਂ ਦਾ।